Viewer guys, welcome back to another video, IUPAC nomenclature। ਆਪਾਂ ਪਿਛਲੀ ਵੀਡੀਓ ਵਿੱਚ ਕਾਰਬਨ ਐਂਡ ਇਟਸ ਕੰਪਾਊਂਡ ਦੇ ਬਾਰੇ ਵਿੱਚ ਕੀਤਾ ਸੀ, ਜਿਸ ਦੇ ਵਿੱਚ ਅਸੀਂ ਕਾਰਬਨ ਦੇ ਕੋਵਲੈਂਟ ਬੌਂਡ ਬਾਰੇ ਵੀ ਪੜ੍ਹਿਆ ਸੀ। ਜਸਟ ਆਪਾਂ ਰੀਕੈਪ ਕਰਦੇ ਹਾਂ। ਉਸ ਤੋਂ ਪਹਿਲਾਂ ਤੁਸੀਂ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਤਾਂ ਕਿ ਅਗਲੀਆਂ ਜਿਹੜੀਆਂ ਵੀਡੀਓਜ਼ ਹੈ ਉਹ ਤੁਹਾਡੇ ਤੱਕ ਪਹੁੰਚ ਸਕਣ। ਰੀਕੈਪ ਦੇ ਵਿੱਚ ਅਸੀਂ ਕਰਦੇ ਹਾਂ ਕਿ ਅਸੀਂ ਪਿਛਲੀ ਵੀਡੀਓ ਵਿੱਚ ਕੀ ਕੁਝ ਪੜ੍ਹਿਆ ਸੀ। ਕਾਰਬਨ ਦੀ ਜਿਸ ਤਰ੍ਹਾਂ ਅਸੀਂ ਕੀਤਾ ਸੀ ਕਿ ਟੂ ਫਾਰਮਸ ਹੈ, ਇੱਕ ਪਿਓਰ ਹੈ, ਇੱਕ ਇੰਪਿਓਰ ਫਾਰਮ ਵਿੱਚ ਮਿਲਦਾ ਹੈ। ਤਾਂ ਇੰਪਿਓਰ ਫਾਰਮ ਦੇ ਵਿੱਚ ਵੁੱਡ, ਕੋਲ, ਚਾਰਕੋਲ, ਗ੍ਰੇਫਾਈਟ, ਜਿਸ ਤਰ੍ਹਾਂ ਪੈਨਸਿਲਸ ਦੇ ਵਿੱਚ ਯੂਜ਼ ਹੁੰਦੀਆਂ, ਹੁਣ ਲੈਡ ਵੀ ਯੂਜ਼ ਹੋ ਰਹੀ ਹੈ, ਅਸੀਂ ਇੰਪਿਓਰ ਫਾਰਮ ਦੇ ਵਿੱਚ ਕਰਦੇ ਹਾਂ। ਪਿਓਰ ਫਾਰਮ ਦੇ ਵਿੱਚ ਜਿਸ ਤਰ੍ਹਾਂ ਡਾਇਮੰਡ ਆ ਗਿਆ। ਔਰ ਕਾਰਬਨ ਦੀਆਂ ਜਿਹੜੀਆਂ ਇਸ ਤਰ੍ਹਾਂ ਬਹੁਤ ਸਾਰੀਆਂ ਫਾਰਮਸ ਹੁੰਦੀਆਂ ਔਰ ਕਾਰਬਨ ਬਹੁਤ ਸਾਰੇ ਕੰਪਾਊਂਡ ਦੇ ਫਾਰਮ ਦੇ ਵਿੱਚ ਮਿਲਦਾ, ਉਸ ਨੂੰ ਅਸੀਂ ਕਹਿੰਦੇ ਹਾਂ ਐਲੋਟ੍ਰੋਪਿਕ ਫਾਰਮਸ। ਐਲੋਟ੍ਰੋਪਿਕ ਫਾਰਮ ਜਿਸ ਤਰ੍ਹਾਂ ਇੱਕ ਕੈਮੀਕਲ ਫਾਰਮੂਲਾ ਹੈਗਾ, ਜਿਸ ਕੈਮੀਕਲ ਫਾਰਮੂਲੇ ਦੇ ਨਾਲ ਹੋਰ ਵੀ ਬਹੁਤ ਸਾਰੇ ਸਟਰਕਚਰ ਬਣਦੇ ਆ। ਯਾਨੀ ਕਿ ਕੈਮੀਕਲ ਫਾਰਮੂਲਾ ਤਾਂ ਸੇਮ ਹੁੰਦਾ ਕਾਰਬਨ ਦਾ, ਕਿਸੇ ਵੀ ਕੰਪਾਊਂਡ ਦਾ, ਬਟ ਉਹਦੇ ਫਿਜ਼ੀਕਲ ਸਟਰਕਚਰ ਡਿਫਰੈਂਟ ਹੋ ਸਕਦੇ ਆ। ਯਾਨੀ ਕਿ ਭੌਤਿਕ ਰਚਨਾਵਾਂ ਜਿਹੜੀਆਂ ਕਿ ਅਸੀਂ ਉਸ ਨੂੰ ਪੰਜਾਬੀ ਵਿੱਚ ਕਹਿ ਸਕਦੇ ਹਾਂ ਕਿ ਵੱਖ-ਵੱਖ ਬਣਤਰ ਹੋ ਸਕਦੀ ਹੈ ਕਾਰਬਨ ਦੀ, ਪਰ ਕੈਮੀਕਲ ਕੰਪਾਊਂਡ ਜਿਹੜਾ ਕੰਪਾਊਂਡ ਦਾ ਫਾਰਮੂਲਾ ਹੈਗਾ, ਕੈਮੀਕਲ ਫਾਰਮੂਲਾ ਹੈਗਾ, ਉਹ ਸੇਮ ਹੁੰਦਾ। ਤਾਂ ਇਸ ਨੂੰ ਅਸੀਂ ਐਲੋਟ੍ਰੋਪਿਕ ਫਾਰਮ ਕਹਿੰਦੇ ਹਾਂ। ਤਾਂ ਅਸੀਂ ਇਹ ਪੜ੍ਹਿਆ ਸੀ ਕਿ ਕਾਰਬਨ ਜਿਹੜਾ ਹੈਗਾ ਉਸ ਦਾ ਐਟੋਮਿਕ ਨੰਬਰ 6 ਹੈਗਾ, ਇਲੈਕਟ੍ਰੋਨਿਕ ਕਨਫਿਗਰੇਸ਼ਨ 2 4 ਹੈਗੀ ਹੈ। ਤਾਂ ਇਸ ਵਿੱਚ ਕੀ ਸੀ, ਪਹਿਲੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਸੀਗੇ ਤੇ ਦੂਸਰੇ ਸ਼ੈਲ ਦੇ ਵਿੱਚ ਕੀ ਹੈ 4 ਇਲੈਕਟ੍ਰੋਨ ਸੀ। ਯਾਨੀ ਕਿ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਆਉਂਦੇ ਆ ਤੇ ਸੈਕਿੰਡ ਸ਼ੈਲ ਐਲ ਜਿਹੜੀ ਹੈਗੀ ਉਸ ਦੇ ਵਿੱਚ 4 ਇਲੈਕਟ੍ਰੋਨਸ ਆਉਂਦੇ ਆ। ਔਰ ਇਟ ਮੀਨਸ ਕੀ ਹੈ ਕਿ ਕਾਰਬਨ ਜਿਹੜਾ ਹੈਗਾ ਉਸਦੀ ਜਿਹੜੀ ਹੈਗੀ ਹੈ ਸ਼ੇਅਰਿੰਗ ਕਰਨ ਦੀ ਕੈਪੈਸਿਟੀ ਹੈਗੀ ਹੈ। ਯਾਨੀ 4 ਇਲੈਕਟ੍ਰੋਨਸ ਉਹ ਕਿਸੇ ਤੋਂ ਲੈ ਨਹੀਂ ਸਕਦਾ, ਬਿਕੋਜ਼ ਇਹਦੇ ਲਈ ਬਹੁਤ ਜ਼ਿਆਦਾ એનર્ਜੀ ਦੀ ਲੋੜ ਹੁੰਦੀ ਹੈ, ਨਾ ਹੀ ਆਪਣੇ 4 ਇਲੈਕਟ੍ਰੋਨ ਇਹ ਦੇ ਸਕਦਾ। ਬਟ ਇਸ ਨੇ ਇੱਕ ਵਿਚਕਾਰਲਾ ਜਿਹੜਾ ਹੈਗਾ ਰਸਤਾ ਚੂਜ਼ ਕੀਤਾ, ਜਿਹੜਾ ਕਿ ਸ਼ੇਅਰਿੰਗ ਹੁੰਦਾ ਹੈ, ਔਰ ਇਹ ਸ਼ੇਅਰ ਕਰਦਾ ਦੂਸਰੇ ਐਟਮਸ ਦੇ ਨਾਲ ਆਪਣੇ ਇਲੈਕਟ੍ਰੋਨਸ। ਇਸ ਤਰੀਕੇ ਨਾਲ ਇਹ ਆਪਣਾ ਕੰਪਾਊਂਡ ਬਣਾਉਂਦਾ ਹੈ। ਐਬਿਲਿਟੀ ਟੂ ਫਾਰਮ ਦ ਬੌਂਡ ਵਿਦ ਅਦਰ ਬੌਂਡਸ ਵਿਦ ਅ ਕੋਵਲੈਂਟ ਬੌਂਡ। ਨਾਓ carbon is present, we know carbon is present in everywhere, है ना, और in the form of organic and inorganic। यानी कार्बन ਜਿਹੜਾ ਹੈਗਾ ਉਹ ਕਿਸੇ ਵੀ ਫਾਰਮ ਦੇ ਵਿੱਚ ਸਾਨੂੰ ਮਿਲਦਾ ਹੈਗਾ। ਦੋ ਫਾਰਮ ਜਿਹੜੀਆਂ ਅਸੀਂ ਦੇਖਦੇ ਹਾਂ, ਆਰਗੈਨਿਕ ਐਂਡ ਇਨਆਰਗੈਨਿਕ ਫਾਰਮ ਦੇ ਵਿੱਚ ਮਿਲਦਾ। ਤਾਂ ਆਰਗੈਨਿਕ ਫਾਰਮ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਇਹ ਆਰਗੈਨਿਕ ਫਾਰਮ ਕਿਹੜੀ ਹੁੰਦੀ ਆ। ਫਾਰਮਡ ਫਰੋਮ ਲਿਵਿੰਗ ਥਿੰਗਸ, ਜਿਹੜੀਆਂ ਜਿਉਂਦੀਆਂ ਚੀਜ਼ਾਂ ਤੋਂ ਸਾਨੂੰ ਮਿਲਦੀ ਹੈਗੀ ਹੈ, ਜਿਉਂਦੀਆਂ ਚੀਜ਼ਾਂ ਤੋਂ ਸਾਨੂੰ ਕੰਪਾਊਂਡਸ ਮਿਲਦੇ ਹੈਗੇ ਆ, ਉਸ ਨੂੰ ਅਸੀਂ ਆਰਗੈਨਿਕ ਕੰਪਾਊਂਡ ਕਹਿੰਦੇ ਹੈਗੇ ਆ। ਲਾਈਕ ਆਲਵੇਜ਼ ਕੰਟੇਨ ਕਾਰਬਨ, ਇਹਨਾਂ ਦੇ ਵਿੱਚ ਹਮੇਸ਼ਾ ਕਾਰਬਨ ਹੁੰਦੇ ਹੀ ਹੁੰਦੇ ਆ। ਤਾਂ ਉਹ ਕਿਹੜੇ ਹੋ ਸਕਦੇ ਆ, ਗਲੂਕੋਜ਼, ਕਾਰਬੋਹਾਈਡਰੇਟਸ, ਪ੍ਰੋਟੀਨਸ ਐਕਸੈਟਰਾ। ਮਤਲਬ ਇਸ ਤਰੀਕੇ ਨਾਲ ਜਿਹੜੇ ਲਿਵਿੰਗ ਫਾਰਮ ਦੇ ਵਿੱਚ ਸਾਨੂੰ ਮਿਲਦੇ ਹੈਗੇ ਕੰਪਾਊਂਡਸ, ਉਹ ਆਰਗੈਨਿਕ ਕੰਪਾਊਂਡ ਕਹਾਉਂਦੇ ਆ, ਰਾਈਟ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਹਾਈਡਰੋਕਾਰਬਨਸ ਵੀ ਜਿਹੜੇ ਹੈਗੇ ਇੱਕ ਇਹਨਾਂ ਦੀ ਫਾਰਮ ਹੈ ਆਰਗੈਨਿਕ ਕੰਪਾਊਂਡ ਦੀ। ਇਹਨਾਂ ਵਿੱਚ ਕਾਰਬਨ ਐਂਡ ਹਾਈਡਰੋਜਨ ਬੌਂਡਸ ਹੁੰਦੀ ਹੈ। ਅਸੀਂ ਫਿਰ ਗੱਲ ਕੀਤੀ ਸੀ ਇਨਆਰਗੈਨਿਕ ਕੰਪਾਊਂਡਸ ਦੀ। ਇਨਆਰਗੈਨਿਕ ਕੰਪਾਊਂਡ ਦੇ ਮੋਸਟਲੀ ਡੂ ਨਾਟ ਹੈਵ ਕਾਰਬਨ, ਯਾਨੀ ਕਿ ਜ਼ਿਆਦਾਤਰ ਉਸ ਦੇ ਵਿੱਚ ਕਾਰਬਨ ਨਹੀਂ ਹੁੰਦਾ, ਬਟ ਸਮਟਾਈਮਸ ਇਟ ਹੈਵ ਕਾਰਬਨ। ਕਈ ਵਾਰ ਹੁੰਦਾ ਵੀ ਹੈ, ਜਿਸ ਤਰ੍ਹਾਂ CO2 ਕਾਰਬਨ ਡਾਈਆਕਸਾਈਡ ਅਸੀਂ ਕਹਿੰਦੇ ਹਾਂ। ਹੁਣ ਹਾਈਡਰੋਜਨ ਗੈਸ ਹੈ H2, NaCl ਸਭ ਨੂੰ ਪਤਾ ਹੈਗਾ ਇਹ ਕੀ ਹੈ, NaCl ਨਮਕ ਹੁੰਦਾ ਜਿਹੜਾ ਕਿ ਅਸੀਂ ਖਾਂਦੇ ਹਾਂ, ਉਸ ਦਾ ਫਾਰਮੂਲਾ, ਰਾਈਟ। ਇਹ ਅਸੀਂ ਕੀਤਾ ਸੀ। ਇਨਆਰਗੈਨਿਕ ਕੰਪਾਊਂਡ ਅਸੀਂ ਫਿਰ ਦੇਖਿਆ ਹੈਗਾ ਕਿ ਉਹ ਜਿਹੜੇ ਵੀ ਬੌਂਡਿੰਗ ਹੈਗੀ ਹੈ ਉਹ ਕੋਵਲੈਂਟ ਯਾਨੀ ਸ਼ੇਅਰਿੰਗ ਦੇ ਆਫ ਇਲੈਕਟ੍ਰੋਨਸ ਦੇ ਨਾਲ ਹੁੰਦੀ ਹੈ। ਸੋ ਦਿਸ ਵਾਜ਼ ਆਲ ਅਬਾਊਟ ਆਰਗੈਨਿਕ ਕੰਪਾਊਂਡ, ਠੀਕ ਹੈ। ਔਰ ਉਹ ਆਰਗੈਨਿਕ ਕੰਪਾਊਂਡਸ ਜਿਹੜੇ ਹੈਗੇ ਆ ਉਹਨਾਂ ਵਿੱਚ ਸਾਡੀ ਕਾਰਬਨ ਯੂਜ਼ ਹੁੰਦੀ ਹੈ, ਯਾਨੀ ਸ਼ੇਅਰ ਪੇਅਰ ਆਫ ਇਲੈਕਟ੍ਰੋਨਸ ਦੇ ਨਾਲ। ਸੋ ਡਿਊ ਟੂ ਵਰਾਇਟੀ ਆਫ ਕਾਰਬਨ ਕੰਪਾਊਂਡਸ, ਕਿਉਂਕਿ ਕਾਰਬਨ ਕੰਪਾਊਂਡਸ ਦੀ ਜਿਹੜੀ ਹੈਗੀ ਹੈ ਬਹੁਤ ਸਾਰੀ ਵਰਾਇਟੀ ਹੈ, ਬਹੁਤ ਸਾਰੀ ਫਾਰਮਸ 'ਚ ਮਿਲਦੇ ਆ, ਤਾਂ ਫਿਰ ਇਹ ਨੈਸੈਸਰੀ ਬਣ ਗਿਆ ਸੀਗਾ ਆਪਣੇ ਲਈ ਕਿ ਇੱਕ ਨੋਮਨਕਲੇਚਰ ਰੱਖਣਾ, ਯਾਨੀ ਕਿ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਨਾਮਕਰਨ ਕਹਿੰਦੇ ਹਾਂ। ਤਾਂ ਦੇਖੋ, ਜਿਸ ਤਰ੍ਹਾਂ ਆਪਾਂ ਫੈਮਿਲੀ ਦੇ ਵਿੱਚ ਹੁੰਦੇ ਹਾਂ, ਤਾਂ ਫੈਮਿਲੀ ਦੇ ਵਿੱਚ ਇੱਕ ਬੱਚੇ ਦੇ ਬਹੁਤ ਸਾਰੇ ਨਾਮ ਹੋ ਸਕਦੇ ਆ, ਜਿਵੇਂ ਸੋਨੂ, ਮੋਨੂ, ਕੋਈ ਵੀ ਰੱਖ ਸਕਦੇ ਹਾਂ ਅਸੀਂ, ਹੈ ਨਾ। ਪਰ ਉਹਦਾ ਸਕੂਲ ਨੇਮ ਤਾਂ ਇੱਕੋ ਹੀ ਹੁੰਦਾ, ਔਰ ਸਰਟੀਫਿਕੇਟਸ 'ਤੇ ਜਿਹੜਾ ਨੇਮ ਹੁੰਦਾ ਉਹ ਵੀ ਇੱਕੋ ਹੀ ਹੁੰਦਾ। ਉਸ ਤਰੀਕੇ ਨਾਲ ਅਗਰ ਅਸੀਂ ਜੀ ਘਰ ਦੇ ਨਾਵਾਂ ਨਾਲ ਬੁਲਾਵਾਂਗੇ ਤਾਂ ਪਤਾ ਨਹੀਂ ਨਾ ਚੱਲ ਸਕਦਾ ਵੀ ਇੱਕੋ ਹੀ ਬੰਦੇ ਦੇ ਅਗਰ ਡਿਫਰੈਂਟ ਨੇਮਸ ਅਸੀਂ ਲੈਂਦੇ ਹਾਂ ਤਾਂ ਸਾਨੂੰ ਐਗਜ਼ੈਕਟ ਪਤਾ ਨਹੀਂ ਲੱਗ ਸਕਦਾ। ਉਸੇ ਤਰ੍ਹਾਂ ਕਾਰਬਨ ਦੇ ਜਿੰਨੇ ਵੀ ਕੰਪਾਊਂਡਸ ਹੈ ਜਾਂ ਜੋ ਵੀ ਹੈ ਕਾਰਬਨ ਦਾ ਕੰਪਾਊਂਡਸ ਐਂਡ ਆਲ,
ਉਹਦਾ ਇੱਕ ਸਭ ਨੇ ਸੋਚਿਆ, ਵਰਲਡ ਵਾਈਡ 'ਤੇ ਸੋਚਿਆ ਗਿਆ ਕਿ ਇੱਕੋ ਹੀ ਨਾਮ ਹੋਣਾ ਚਾਹੀਦਾ ਹੈ, ਯਾਨੀ ਕਿ ਸਾਰਾ ਵਰਲਡ ਜਿਸ ਨੂੰ ਫੋਲੋ ਕਰੇ, ਠੀਕ ਹੈ, ਉਹ ਨਾਮ ਜਿਹੜੇ ਹੈਗੇ ਵਰਲਡ ਵਾਈਡ ਚੱਲਣੇ ਚਾਹੀਦੇ ਆ। ਤਾਂ ਇਸ ਚੀਜ਼ ਨੂੰ ਲੈ ਕੇ ਅਸੀਂ ਨੋਮਨਕਲੇਚਰ ਕੀਤਾ, ਯਾਨੀ ਕਿ ਨਾਮਕਰਨ ਕੀਤਾ। ਔਰ ਇਹ ਨਾਮਕਰਨ ਕਿਸ ਨੇ ਕੀਤਾ? ਇਹ ਅਸੀਂ ਇੱਕ ਯੂਨੀਅਨ ਬਣੀ। ਇਹ ਯੂਨੀਅਨ ਜਿਹੜੀ ਸੀ IUPAC ਕਹਿੰਦੇ ਅਸੀਂ, ਜਿਸ ਨੂੰ ਅਸੀਂ ਕੰਬਾਈਨਡ ਇਹ ਕਹਿ ਦਿੱਤਾ IUPAC, ਵੈਸੇ ਕੀ ਹੈ IUPAC। ਇੱਕ ਯੂਨੀਅਨ ਸੀ ਜਿਹਦਾ ਹੈੱਡਕੁਆਟਰ ਸਵਿਟਜ਼ਰਲੈਂਡ ਦੇ ਵਿੱਚ ਸੀਗਾ ਔਰ ਜਿਹਦਾ ਸੈਕਟਰੀਏਟ ਹੈਗਾ US ਦੇ ਵਿੱਚ, ਰਾਈਟ। ਤਾਂ ਇਹਨਾਂ ਨੇ ਕੀ ਕੀਤਾ, ਇਸ ਨੂੰ ਕੀ ਕਹਿੰਦੇ ਆ, ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ, ਠੀਕ ਹੈ। ਇਹ ਇੱਕ ਯੂਨੀਅਨ ਬਣੀ ਸੀ, ਇੱਕ ਯੂਨੀਅਨ ਗਠਿਤ ਹੋਈ ਜਿਸ ਨੇ ਕੀ ਇਹ ਕੀਤਾ ਕਿ ਸਾਰੇ ਜਿਹੜੇ ਕੰਪਾਊਂਡਸ ਹੈ ਉਹਨਾਂ ਦਾ ਨਾਮਕਰਨ ਕੀਤਾ, ਠੀਕ ਹੈ। ਔਰ ਹੁਣ ਇਸੇ ਯੂਨੀਅਨ ਦੇ ਨਾਮ 'ਤੇ, IUPAC ਦੇ ਨਾਮ 'ਤੇ ਅਸੀਂ ਉਹਨਾਂ ਦਾ ਕੰਪਾਊਂਡਸ ਦਾ ਜਿਹੜਾ ਹੈਗਾ ਨੇਮਿੰਗ ਕਰਦੇ ਹਾਂ। ਔਰ ਉਹ ਕਿਸ ਤਰ੍ਹਾਂ ਕਰਦੇ ਹਾਂ ਅਸੀਂ ਆਪਣੀ ਅੱਗੋਂ ਮੈਂ ਤੁਹਾਨੂੰ ਦੱਸਦੀ ਹਾਂ। ਹਾਂਜੀ, ਹੁਣ ਇੱਥੇ ਅਸੀਂ ਦੇਖਦੇ ਹਾਂ IUPAC ਨੋਮਨਕਲੇਚਰ, ਯਾਨੀ IUPAC ਨੇ ਕਿਸ ਤਰ੍ਹਾਂ ਜਿਹੜੇ ਕੰਪਾਊਂਡਸ ਹੈ ਉਹਨਾਂ ਦਾ ਨਾਮਕਰਨ ਯਾਨੀ ਨੇਮ ਕਿਸ ਤਰ੍ਹਾਂ ਰੱਖਣ ਦਾ ਇੱਕ ਪ੍ਰੋਸੀਜਰ ਅਡਾਪਟ ਕੀਤਾ। ਤਾਂ ਉਹਨਾਂ ਨੇ 3 ਫੀਚਰਸ ਅਡਾਪਟ ਕੀਤੇ। ਇੱਕ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਰੱਖਿਆ ਪ੍ਰੀਫਿਕਸ, ਵਰਡ ਰੂਟ ਐਂਡ ਸੁਫਿਕਸ। ਇਹ 3 ਚੀਜ਼ਾਂ ਉਹਨਾਂ ਨੇ ਮੇਨ ਜਿਹੜੀਆਂ ਫੋਕਸ ਕੀਤੀਆਂ। ਪ੍ਰੀਫਿਕਸ ਕੀ ਹੁੰਦਾ, ਜਿਸ ਨੂੰ ਅਸੀਂ ਪੰਜਾਬੀ ਵਿੱਚ ਅਗੇਤਰ ਕਹਿੰਦੇ ਹਾਂ। ਵਰਡ ਰੂਟ ਜਿਹੜਾ ਉਸਦਾ ਮੇਨ, ਜਿਸ ਤਰ੍ਹਾਂ ਇੱਕ ਜੜ ਹੁੰਦੀ ਆ ਆਪਾਂ ਕਹਿ ਲੈਂਦੇ ਹਾਂ, ਇੱਕ ਮੇਨ ਚੀਜ਼ ਜਿਹੜੀ ਹੈਗੀ ਆ ਉਹ ਵਰਡ ਰੂਟ, ਜਿਸ ਦੇ ਵਿੱਚ ਕਾਰਬਨ ਦੇ ਐਟਮਸ ਆਉਂਦੇ ਆ। ਸੁਫਿਕਸ ਕੀ ਹੁੰਦਾ ਹੈ? ਸੁਫਿਕਸ ਅਸੀਂ ਪੰਜਾਬੀ ਵਿੱਚ ਪਛੇਤਰ ਵੀ ਕਹਿੰਦੇ ਹਾਂ, ਰਾਈਟ। ਤਾਂ ਸਭ ਤੋਂ ਪਹਿਲਾਂ ਅਸੀਂ ਫੋਲੋ ਕਰਦੇ ਹਾਂ ਕਾਰਬਨ ਐਟਮਸ। ਕਾਰਬਨ ਐਟਮਸ ਜਿਹੜੇ ਹੈ ਕਿ ਉਹਨਾਂ ਨੇ ਕੀ ਦੇਖਿਆ ਕਿ ਕਿਸੇ ਵੀ ਕੰਪਾਊਂਡ ਦੇ ਵਿੱਚ ਹਾਊ ਮੈਨੀ ਨੰਬਰ ਆਫ ਕਾਰਬਨ ਐਟਮਸ ਆਰ ਦੇਅਰ, ਯਾਨੀ ਕਿ ਕਿੰਨੇ ਕਾਰਬਨ ਐਟਮਸ ਹੋ ਸਕਦੇ ਹਨ। ਔਰ ਇਹ ਕਿੰਨੇ ਵੀ ਹੋ ਸਕਦੇ ਹੈ, ਕਿਸੇ ਕਾਰਬਨ ਕੰਪਾਊਂਡ ਦੇ ਵਿੱਚ 1 ਵੀ ਹੋ ਸਕਦਾ ਹੈ, 2, 3, 4, ਬਹੁਤ ਸਾਰੇ ਨੰਬਰ ਹੋ ਸਕਦੇ ਹਨ। ਯਾਨੀ ਕਿ ਕੰਪਾਊਂਡ ਜਿਹੜਾ ਹੈਗਾ ਬਹੁਤ ਸਾਰੇ ਕਾਰਬਨਸ ਤੋਂ ਬਣਿਆ ਹੋ ਸਕਦਾ ਹੈ। ਸੈਕਿੰਡ ਚੀਜ਼ ਜਿਹੜੀ ਦੇਖੀ ਹੈ ਦੈਟ ਇਜ਼ ਡਿਗਰੀ ਆਫ ਸੈਚੂਰੇਸ਼ਨ। ਡਿਗਰੀ ਆਫ ਸੈਚੂਰੇਸ਼ਨ ਕੀ ਹੁੰਦੀ ਆ ਕਿ ਕੋਈ ਵੀ ਕੰਪਾਊਂਡ ਹੈਗਾ ਉਸ ਨੂੰ ਅਸੀਂ ਦੇਖਦੇ ਹਾਂ, ਇਸ ਬੇਸ 'ਤੇ ਵੀ ਦੇਖਦੇ ਹਾਂ ਕਿ ਉਹ ਕਿੰਨਾ ਸੈਚੂਰੇਟਿਡ ਹੈ ਜਾਂ ਅਨਸੈਚੂਰੇਟਿਡ ਹੈ। ਸੈਚੂਰੇਟਿਡ ਮੀਨਸ ਜਿਨ੍ਹਾਂ ਦੇ ਵਿੱਚ ਸਿੰਗਲ ਬੰਧਨ ਯਾਨੀ ਸਿੰਗਲ ਬੌਂਡ ਲੱਗਿਆ ਹੋਵੇ। ਬੌਂਡ ਦਾ ਮਤਲਬ ਹੁੰਦਾ ਬੰਧਨ, ਇੱਕ ਕਾਰਬਨ ਦੂਸਰੇ ਕਾਰਬਨ ਦੇ ਨਾਲ ਇੱਕ ਬੌਂਡ ਦੇ ਨਾਲ ਅਟੈਚ ਹੋਇਆ ਹੁੰਦਾ, ਉਸ ਨੂੰ ਅਸੀਂ ਪੰਜਾਬੀ ਦੇ ਵਿੱਚ ਬੰਧਨ ਵੀ ਕਹਿੰਦੇ ਹਾਂ, ਰਾਈਟ। ਤਾਂ ਇਸ ਦੇ ਵਿੱਚ ਜਿਹੜੇ ਸੈਚੂਰੇਟਿਡ ਦੇ ਵਿੱਚ ਆਉਂਦੇ ਆ ਦੈਟ ਇਜ਼ ਸਿੰਗਲ ਬੌਂਡ, ਠੀਕ ਹੈ। ਔਰ ਜਿਹੜੇ ਅਨਸੈਚੂਰੇਟਿਡ ਵਿੱਚ ਆਉਂਦੇ ਹੈ, ਅਨਸੈਚੂਰੇਟਿਡ ਮੀਨਸ ਇਹ ਜਿਹੜਾ ਸੈਚੂਰੇਟਿਡ ਮੀਨਸ ਹੁੰਦਾ ਕਿ ਉਹ ਸਟੇਬਲ ਆ, ਸਟੇਬਲ ਹੈ ਯਾਨੀ ਉਹ ਬਹੁਤ ਜਲਦੀ ਰਿਐਕਟ ਨਹੀਂ ਕਰਦੇ, ਉਹ ਸਟੇਬਲ ਆ, ਠੀਕ ਹੈ। ਤਾਂ ਫਿਰ ਅਨਸੈਚੂਰੇਟਿਡ ਡਬਲ ਬੌਂਡ ਆਉਂਦੀ ਹੈ, ਡਬਲ ਐਂਡ ਟ੍ਰਿਪਲ ਬੌਂਡ। ਤਾਂ ਡਬਲ ਐਂਡ ਟ੍ਰਿਪਲ ਬੌਂਡ ਵਾਲੇ ਜਿਹੜੇ ਕੰਪਾਊਂਡਸ ਹੁੰਦੇ ਆ ਉਹ ਅਨਸੈਚੂਰੇਟਿਡ ਹੁੰਦੇ ਆ, ਯਾਨੀ ਕਿ ਉਹ ਬਹੁਤ ਜਲਦੀ ਰਿਐਕਟ ਕਰ ਜਾਂਦੇ ਆ। ਤਾਂ ਹੁਣ ਜਿਹੜੇ ਹੈਗੇ ਆ ਉਹਨਾਂ ਦਾ ਨਾਮ ਵੀ ਤਾਂ ਰੱਖਣਾ ਸੀਗਾ ਕਿ ਸਿੰਗਲ ਬੌਂਡ ਵਾਲਿਆਂ ਨੂੰ ਕੀ ਕਹਿੰਦੇ ਆ ਅਸੀਂ, ਡਬਲ ਬੌਂਡ ਵਾਲਿਆਂ ਨੂੰ ਕੀ ਕਹਿੰਦੇ ਆ ਅਸੀਂ, ਟ੍ਰਿਪਲ ਬੌਂਡ ਵਾਲਿਆਂ ਨੂੰ ਕੀ ਕਹਿੰਦੇ ਆ। ਦੈਨ ਉਹਨਾਂ ਨੇ ਜਿਹੜਾ ਹੈਗਾ ਸਿੰਗਲ ਬੌਂਡ ਵਾਲਿਆਂ ਨੂੰ ਸੁਫਿਕਸ ਦਿੱਤਾ। ਸੁਫਿਕਸ ਮੀਨਸ ਹੁੰਦਾ ਹੈਗਾ ਪਿਛੇਤਰ। ਸੁਫਿਕਸ ਦਿੱਤਾ ਏਨ, ਡਬਲ ਬੌਂਡ ਵਾਲਿਆਂ ਨੂੰ ਈਨ ਦਿੱਤਾ ਔਰ ਟ੍ਰਿਪਲ ਬੌਂਡ ਵਾਲਿਆਂ ਨੂੰ ਆਇਨ ਦਿੱਤਾ। ਫਿਰ ਉਹਨਾਂ ਨੇ ਕੀ ਕੀਤਾ, ਇਹਨਾਂ ਸਾਰਿਆਂ ਨੂੰ ਅਸੀਂ ਇਹਨਾਂ ਕਾਰਬਨਸ ਦੇ ਨਾਲ ਅਟੈਚ ਕਰਨਾ ਸੀਗਾ, ਕਿਉਂਕਿ ਕਾਰਬਨ ਹਮੇਸ਼ਾ ਹਰੇਕ ਕਾਰਬਨ ਜਿਹੜੇ ਹੈਗੇ ਆ ਉਹ ਕੰਪਾਊਂਡਸ ਤਾਂ ਹੀ ਬਣਦੇ ਆ ਕਿਉਂਕਿ ਅਗਾਂਹ ਉਹ ਕਾਰਬਨਸ ਦੇ ਨਾਲ ਜਾਂ ਹੋਰ ਅਦਰ ਐਟਮਸ ਦੇ ਨਾਲ ਜੁਆਇਨ ਹੋਏ ਹੁੰਦੇ ਆ। ਤਾਂ ਤੁਸੀਂ ਦੇਖੋ ਅਗਰ ਕਾਰਬਨ ਦੂਸਰੇ ਕਾਰਬਨਸ ਨਾਲ ਅਟੈਚ ਹੋਇਆ ਹੁੰਦਾ ਤਾਂ ਅਸੀਂ ਉਹ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਕਿਹੜਾ ਬੰਧਨ ਹੈਗਾ, ਸਿੰਗਲ ਬੌਂਡ ਹੈ, ਡਬਲ ਬੌਂਡ ਹੈ ਜਾਂ ਟ੍ਰਿਪਲ ਬੌਂਡ ਹੈ, ਯਾਨੀ ਏਨ, ਈਨ, ਆਇਨ, ਯਾਨੀ ਇਹ ਚੀਜ਼ਾਂ ਹੈਗੀਆਂ ਕਿ ਨਹੀਂ। ਤਾਂ ਫਿਰ ਇਹ ਕਾਰਬਨ ਜਿਹੜੇ ਹੈਗੇ ਆ ਇਹਨਾਂ ਨਾਲ ਅਟੈਚ ਹੋ ਕੇ ਇੱਕ ਕੰਪਾਊਂਡ ਬਣਾਉਂਦੇ ਹੈਗੇ ਆ ਔਰ ਉਸ ਕੰਪਾਊਂਡ ਨੂੰ ਅਸੀਂ ਉਸੇ ਤਰੀਕੇ ਨਾਲ ਨੇਮ ਦਿੰਦੇ ਹਾਂ। ਤਾਂ ਪ੍ਰੀਫਿਕਸ ਦੇ ਵਿੱਚ ਜਿਹੜਾ ਅਸੀਂ ਗੱਲ ਕਰਦੇ ਹਾਂ ਉਹ ਹੈਲੋਜਨ ਐਟਮਸ ਹੁੰਦੇ ਆ। ਹੈਲੋਜਨ ਫੈਮਿਲੀ ਦੇ ਜਿਹੜੇ ਹੈਗੇ ਮੈਂਬਰਸ ਕਿਹੜੇ ਹੋ ਸਕਦੇ ਹੈਗੇ, ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ। ਪੀਰੀਓਡਿਕ ਟੇਬਲ ਵਿੱਚ ਅਸੀਂ ਜਦੋਂ ਕਰਦੇ ਹਾਂ ਤਾਂ ਤੁਸੀਂ ਦੇਖੋ ਕਿ ਜਿਹੜਾ ਹੈਲੋਜਨ ਫੈਮਿਲੀ ਹੈ ਉਹਦੇ ਇਹ ਮੈਂਬਰਸ ਹੁੰਦੇ ਆ, ਇਹ ਸਭ ਤੋਂ ਪਹਿਲੇ ਲੱਗਦੇ ਆ ਔਰ ਯਾਨੀ ਉਹਨਾਂ ਦੀ ਨਾਮਕਰਨ ਦੇ ਵਿੱਚ ਇਹ ਸਭ ਤੋਂ ਤੁਸੀਂ ਦੇਖੋਗੇ ਕੰਪਾਊਂਡ ਦੇ ਵਿੱਚ ਸਭ ਤੋਂ ਪਹਿਲਾਂ ਇਹ ਆਏ ਹੁੰਦੇ ਆ। ਤਾਂ ਸੁਫਿਕਸ ਵਿੱਚ ਇੱਕ ਹੋਰ ਚੀਜ਼ ਸੀਗੀ ਜਿਹੜੀ ਹੈਗੀ ਹੈ ਸੈਕੰਡਰੀ, ਜਿਸ ਨੂੰ ਕਹਿੰਦੇ ਆ ਸੈਕੰਡਰੀ ਸੁਫਿਕਸ ਜਾਂ ਸੈਕੰਡਰੀ ਡਿਗਰੀ।
ਜਿਸਨੂੰ ਅਸੀਂ ਫੰਕਸ਼ਨਲ ਗਰੁੱਪ ਕਹਿੰਦੇ ਹਾਂ। ਫੰਕਸ਼ਨਲ ਗਰੁੱਪ ਵੀ ਅਟੈਚ ਹੁੰਦਾ ਸੁਫਿਕਸ ਦੇ ਵਿੱਚ। यानी पहला तो असीं ये देखते हैं कि इन्हां दे विच सिंगल बॉन्ड, डबल बॉन्ड या ट्रिपल बॉन्ड हैगी कि नहीं। फिर असीं फंक्शनल ग्रुप भी देखते हैं, वो कोई भी हो सकता है। OH यानी अल्कोहल के पिछले जिहड़ा असीं लाउने हैगे हैं, अल्कोहल नूं असीं ओल कहने हैं, पर उहदे विच जिहड़ा सुफिक्स लगदा है, साडी निशानी है, वो OH है। उस तरह ये होर भी हो सकते हैं, एल्डिहाइड्स भी हो सकते हैं, कीटोन ग्रुप्स भी हो सकते हैं। राइट, दैट वाज अबाउट किस तरीके नाल असीं इस चीज़ नूं देखना है कि नेमिंग करते वक्त कि साडे कोल किहड़ियां-किहड़ियां चीज़ां हैगियां ते असीं किन्हां-किन्हां चीज़ां दा ध्यान रखना है। यानी कार्बन दियां विच किन्ने बॉन्डिंग है, किन्ने कंपाउंड दे विच किन्ने कार्बन हैगे आ, और फिर उस दे विच किहड़ी बॉन्डिंग है, फिर किहड़े प्रीफिक्स लगे हुए हैं, ये सारिया चीज़ों का ध्यान रखना है। उस तो बाद साडे कोल आ जाते हैं हाइड्रोकार्बनस का रूट नेम असी चाहते हैं। देखो इत्थे देखिया सी असी भी कार्बन किन्ने आ, हुण सानू कार्बन किन्ने असी 1 2 3 करके तो लिखिया, बट ओहदा नेम किवें रखांगे। असी जिस तरह क्लास दे विच रोल नंबर वाइज बच्चों नूं बिठाने आ, पर बच्चों के नाम तो हुंदे है ना, तो उस तरह असी हुण रोल नंबर 1 2 3 हमेशा तो नहीं बोलते, उन्होंने नाम भी तो हुंदा है, तो असी उन्होंने किस नाम नाल बुलावांगे, है ना, वो की नाम हो सकते हैं। तो उस तरह इन्हां कार्बन के भी नाम अगर सिंगल है तो की हो सकता है, तो ये उन्होंने रखा। हुण देखो नंबर ऑफ कार्बन जे होण तो वह नेम की होएगा, रूट नेम की होएगा। असी किस तरह कंपाउंड का नेमिंग करना है। ये सिंगल कार्बन होएगा तो उसनूं असी मैथ कहने आ। डबल कार्बन होणगे यानी C अटैच टू C, तो वह एथ होएगा। ट्रिपल कार्बन होणगे तो प्रॉप। ट्रिपल मीनस C दूसरे C नाल 3 बार C नाल अटैच होया, तो उसनूं प्रॉप कहने आ। C4 अगर 4 कार्बन होणगे कंपाउंड विच, दैट इज़ ब्यूट पिछे जिस दे नाल भी अटैच होएगा वो असीं अगे करते हैं भी अगों की करना है। पहला असीं रूट नेम करते हैं भी असीं उन्हां नूं किस नाम नाल शुरू कर सकते हैं, स्टार्ट कर सकते हैं। ब्यूट दे विच 4 कार्बन अटैच हुंदे आ। पेंट दे विच 5 जिथे कार्बन होण उसनूं असीं पेंट कहने आ, पेंट, राइट, पेंट। और 6 कार्बन होण तां उन्हां नूं असीं हैक्स कहने आ। 7 कार्बन होण तां हैप्ट कहने आ। 8 कार्बन होण ऑक्ट कहने आ। 9 कार्बन होण नॉन कहने आ। 10 कार्बन होण तां असीं डेक कहने आ। यानी इस तरीके नाल असीं इन्हां दा नेमिंग कर सकते हैं। फर्स्ट 1 कार्बन होवे तां मैथ, 2 कार्बन होण तां एथ, 3 कार्बन होण तां प्रॉप, 4 कार्बन होण तां ब्यूट, 5 कार्बन होण तां पेंट, 6 कार्बन हैक्स, हैप्ट, ऑक्ट, नॉन एंड डेक। इस तरीके नाल असीं ये करते हैं जी। हुण अगे अपने कोल हाइड्रोकार्बनस दे विच असीं इन्हां नूं अग्गों किस तरह आपां कंप्लीट करना है। तो नंबर ऑफ कार्बन एटम्स असी कर चुके हैं, मैथ, एथ, प्रॉप, ब्यूट, असी अगों पेंट, है ना, हैक्स कर चुके हैं। तो हुण इन्हां सारिਆਂ ਨੂੰ ਅਸੀਂ अल्केन जिहड़ा ग्रुप है, फैमिली ग्रुप अल्केन हैगा, ਉਹਦੇ ਵਿੱਚ देखते हैं कि किस तरह ਅਸੀਂ ਲੈ ਕੇ ਆਉਂਦੇ हैं। अल्केन ਅਸੀਂ कर चुके हैं कि सिंगल बॉन्ड वाले ਅਸੀਂ एन है ना, पिछे आ देखो एन है, जिहदे पिछे एन हैगा वो सिंगल बॉन्ड वाले आउंदे हैगे आ। तो ਅਸੀਂ हुण अल्केन ਵਿੱਚ देखते हैं किवें। तो उस तो पहला ਅਸੀਂ देखते हैं कि ਇਹਦੇ ਲਈ ਵੀ ਇੱਕ ਫਾਰਮੂਲਾ ਹੁੰਦਾ CnH2n+2। अल्केन ਲਈ ਇਹ ਫਾਰਮੂਲਾ ਲੱਗਦਾ ਹੈ ਜਦੋਂ ਸਾਨੂੰ ਇਹ ਤਾਂ ਪਤਾ ਹੈ ਕਿ ਪਤਾ ਚੱਲ ਗਿਆ ਕਿ ਮੈਥ ਵਿੱਚ 1 ਕਾਰਬਨ ਲਗਾਉਣਾ ਹੈ, ਐਥ ਦੇ ਵਿੱਚ ਅਸੀਂ 2 ਕਾਰਬਨ ਲਗਾਉਣੇ ਆ, ਪਰ ਹੁਣ ਸਾਨੂੰ ਇਹ ਕਿੱਦਾਂ ਪਤਾ ਚੱਲੇਗਾ ਵੀ ਅਸੀਂ ਕਿੰਨੇ ਹਾਈਡਰੋਜਨ ਕਿੰਨੇ ਲਗਾਉਣੇ ਆ। ਤਾਂ ਉਹਦੇ ਲਈ ਇਹ ਫਾਰਮੂਲਾ ਹੈਗਾ ਆਪਣੇ ਕੋਲ। ਅਲਕੇਨ ਦਾ ਅਲੱਗ ਫਾਰਮੂਲਾ ਹੈ CnH2n+2। ਅਲਕੀਨ ਦਾ ਜਿਹੜਾ ਫਾਰਮੂਲਾ ਹੈਗਾ CnH2n ਇਹ ਹੈਗਾ, और एल्काइन का जोड़ा फॉर्मूला है CnH2n-2। यानी कि ये जोड़े फॉर्मूले है ये लगा के सानू पता चल जाएगा भी हाइड्रोजन जोड़े है उस कंपाउंड दे विच किन्ने लगने आ। तो हुण तुसी देखो मैथ असी लैने आ, मैथ दे विच देखो साडे कोल हैगा 1 कार्बन आ। तो असी 1 कार्बन नू एन, क्योंकि साडे कोल एन आ, अल्केन आ, यानी सिंगल बॉन्ड लगेगी, एक इकहरा बंधन लगेगा। तो इत्थे हाइड्रोजन, क्योंकि हाइड्रोजन जिहड़ा हैगा उहदी वैलेंसी भी इक्को ही आ, यानी उहदे कोल भी एक इलैक्ट्रॉन हैगा शेयर करन लई, ते कार्बन ने इस पासे भी इक्को इलैक्ट्रॉन नूं एक इलैक्ट्रॉन नाल कार्बन इत्थे हाइड्रोजन नाल अटैच हो जाएगा। ठीक है, उस तो बाद इत्थे हाइड्रोजन लग गया इत्थे और इत्थे, यानी कार्बन ने आपदे 4 जिहड़े सीगे इलैक्ट्रॉन, आपां कीता सी ना कार्बन दे पिछले इलैक्ट्रॉन 2 4 पिछले इलैक्ट्रॉन जिहड़े हैगे आ ਉਹ ਸ਼ੇਅਰ ਕਰਨੀ ਹੈ ਨਾ, ਤਾਂ ਉਹ ਸ਼ੇਅਰ
ਇੱਕ ਇੱਕ ਜਿਹੜਾ ਹੈਗਾ ਸਾਰੇ ਹਾਈਡਰੋਜਨ ਦੇ ਨਾਲ ਸ਼ੇਅਰ ਕਰ ਲੇਗਾ ਤਾਂ ਇਹ ਬਣ ਜਾਏਗਾ ਇੱਕ ਤੋਂ। ਹੁਣ ਦੇਖੋ ਇਸ ਦਾ ਨੇਮ ਅਸੀਂ ਰੱਖਦੇ ਹਾਂ, ਇੱਕ ਕਾਰਬਨ ਹੈ ਮੈਥ, ਤਾਂ ਜਿਹੜਾ ਸਿੰਗਲ ਬੌਂਡ ਦੇ ਨਾਲ ਅਟੈਚ ਹੈਗਾ ਇਹ ਤਾਂ ਏਨ ਕਹਿੰਦੇ ਆ ਨਾ ਸਿੰਗਲ ਬੌਂਡ ਨੂੰ, ਤਾਂ ਇਹ ਹੋ ਗਿਆ ਮਿਥੇਨ ਬਣ ਗਿਆ, ਰਾਈਟ। ਤਾਂ ਹੁਣ ਉਸੇ ਤਰ੍ਹਾਂ ਹੁਣ ਆਹ ਫਾਰਮੂਲਾ ਹੈਗਾ ਸਾਡੇ ਕੋਲ ਅਲਕੀਨ ਦਾ। ਅਲਕੀਨ ਦੇ ਵਿੱਚ ਕੀ ਹੈ CnH2n, ਠੀਕ ਹੈ। ਹੁਣ ਅਸੀਂ ਅਗਰ ਹੁਣ ਦੇਖੋ ਮੈਥ ਨਹੀਂ ਆਉਂਦਾ, ਯਾਨੀ ਕਿ ਉਹਦੇ ਵਿੱਚ ਇੱਕ ਕਾਰਬਨ ਨਾਲ ਕਦੇ ਵੀ ਕੋਈ ਕੰਪਾਊਂਡ ਨਹੀਂ ਬਣਦਾ ਅਲਕੀਨ ਦਾ। ਕਿਉਂ? ਕਿਉਂਕਿ ਦੇਖੋ ਕਾਰਬਨ ਹੈਗਾ ਉਹਦੇ ਕੋਲ ਪਿਛਲੀ ਜਿਹੜੀ ਵੈਲੈਂਸ ਇਲੈਕਟ੍ਰੋਨ 4 ਹੁੰਦੇ ਆ, ਤਾਂ ਜੇ ਉਹ 3 ਪਾਸਿਓਂ ਹਾਈਡਰੋਜਨ ਦੇ ਨਾਲ ਅਟੈਚ ਹੋ ਗਿਆ ਤੇ 2 ਤਾਂ ਉਹਦੀ ਵੈਸੀ ਬੌਂਡਿੰਗ 'ਚ ਹੈ, ਠੀਕ ਹੈ ਨਾ। ਈਨ ਹੈ ਤਾਂ 2 ਡਬਲ ਬੌਂਡ ਤਾਂ ਲੱਗਣੇ ਹੀ ਆ। ਤਾਂ ਹੁਣ ਉਹ ਦੇਖੋ ਉਹ ਕਿਸ ਤਰੀਕੇ ਨਾਲ ਹਾਈਡਰੋਜਨ ਨਾਲ ਤਾਂ ਅਟੈਚ ਹੋ ਹੀ ਨਹੀਂ ਸਕਦਾ, ਕਿਉਂਕਿ ਹਾਈਡਰੋਜਨ ਦੀ ਆਲਰੇਡੀ ਵੈਲੈਂਸੀ 1 ਹੈ ਤੇ ਇੱਥੇ ਇਹਦੇ ਕੋਲ 2 ਆ, ਠੀਕ ਹੈ। ਇਹ ਫਾਰਮੂਲਾ ਨਹੀਂ ਬਣ ਸਕਦਾ। ਉਸੇ ਤਰ੍ਹਾਂ ਕਾਰਬਨ ਇੱਧਰ 3 ਟ੍ਰਿਪਲ ਬੌਂਡ ਇਹਦੇ ਕੋਲ ਹੁੰਦੇ ਆ ਤੇ ਆਸੇ-ਪਾਸੇ ਵੀ ਨਹੀਂ ਅਟੈਚ ਹੋ ਸਕਦਾ, ਤੇ ਨਾ ਹੀ ਇੱਥੇ ਕਿਸੇ ਵੀ ਹਾਈਡਰੋਜਨ ਨਾਲ ਅਟੈਚ ਹੋ ਸਕਦਾ, ਕਿਉਂਕਿ ਹਾਈਡਰੋਜਨ ਦੇ ਕੋਲ ਸਿੰਗਲ ਇਲੈਕਟ੍ਰੋਨ ਹੁੰਦਾ ਤੇ ਇੱਥੇ 3 ਇਲੈਕਟ੍ਰੋਨ ਨਾਲ ਇੱਕ ਹਾਈਡਰੋਜਨ ਕਦੇ ਵੀ ਅਟੈਚ ਨਹੀਂ ਹੋ ਸਕਦਾ। ਹੁਣ ਅਸੀਂ ਅਗਰ ਐਥ ਦਾ ਦੇਖਦੇ ਹਾਂ, ਐਥ ਦੇ ਮਤਲਬ ਕੀ ਹੈ ਕਿ ਜਿਹਦੇ ਵਿੱਚ 2 ਇਲੈਕਟ੍ਰੋਨ ਹੋਣ ਉਸ ਨੂੰ ਅਸੀਂ ਐਥ ਕਹਿੰਦੇ ਹਾਂ। ਤਾਂ ਅਲਕੇਨ ਵਿੱਚ ਬਿਲਕੁਲ ਸਿੰਪਲ ਹੈ, ਅਲਕੇਨ ਵਿੱਚ 2 ਇਲੈਕਟ੍ਰੋਨ ਲਏ ਤਾਂ ਏਨ ਹੈ ਪਿੱਛੇ ਯਾਦ ਰੱਖਣਾ, ਠੀਕ ਹੈ। ਤਾਂ 2 ਇਲੈਕਟ੍ਰੋਨ ਸਾਡੇ ਐਥ ਦੱਸਦੇ ਆ, ਸਿੰਗਲ ਬੌਂਡ ਹੈ ਏਨ ਹੈ, ਤਾਂ ਅਸੀਂ ਸਾਰੇ ਪਾਸੇ ਜਿਹੜੇ ਹੈਗੇ ਅਸੀਂ ਹਾਈਡਰੋਜਨ ਨਾਲ ਅਟੈਚ ਕਰ ਸਕਦੇ ਹਾਂ। ਫਿਰ ਸਾਡੇ ਕੋਲ ਦੇਖੋ ਅਲਕੀਨ ਆ ਗਿਆ। ਅਲਕੀਨ ਦੇ ਵਿੱਚ ਸਾਡੇ ਕੋਲ 2 ਹੈਗੇ ਆ ਇਲੈਕਟ੍ਰੋਨਸ, 2 ਕਾਰਬਨਸ ਹੈਗੇ ਆ, ਇਹ ਜਿਹੜੇ ਹੈਗੇ 2 ਪਾਸਿਓਂ ਅਟੈਚ। ਦੇਖੋ ਇਸ ਵਿੱਚ ਤੁਸੀਂ ਥੋੜੀ ਜਿਹੀ ਤੁਹਾਨੂੰ ਪ੍ਰੋਬਲਮ ਆਏਗੀ, ਕਿਉਂਕਿ ਅਲਕੇਨ ਦਾ ਤਾਂ ਸਿੰਪਲ ਸੀਗਾ CnH2n। ਅਗਰ ਅਸੀਂ ਇੱਥੇ ਕਰਕੇ ਦੇਖਦੇ ਹਾਂ CnH2n+2, ਇਹ ਅਲਕੇਨ ਦਾ ਫਾਰਮੂਲਾ ਹੈ। ਅਗਰ ਅਸੀਂ n ਦੀ ਜਗ੍ਹਾ 2 ਅਸੀਂ ਲਗਾ ਦਈਏ, ਯਾਨੀ ਸਾਡੇ ਕੋਲ 2 ਮਤਲਬ ਕਾਰਬਨ ਹੈਗੇ, ਅਸੀਂ 2 ਕਾਰਬਨ ਲਗਾਉਣੇ ਹੈ, ਤਾਂ ਅਸੀਂ ਇੱਥੇ 2 × n ਦਾ ਸਾਡੇ ਕੋਲ ਵੈਲਿਊ ਕੀ ਹੈਗੀ ਹੈ 2 + 2, ਤਾਂ ਫਿਰ ਸਾਡੇ ਕੋਲ ਕੀ ਹੈਗਾ C2H2 × 2 4 + 4, 4 ਔਰ 4 ਕਿੰਨੇ ਹੋਏ 8, ਯਾਨੀ C2H8। ਸਾਨੂੰ ਪਤਾ ਚੱਲ ਗਿਆ ਕਿ 2 ਕਾਰਬਨ ਹੋਣ ਤਾਂ ਉਹਨਾਂ ਨਾਲ ਕਿੰਨੇ ਹਾਈਡਰੋਜਨ ਅਟੈਚ ਹੁੰਦੇ ਆ 8, 6 ਹੁੰਦੇ ਆ। 6 ਕਾਰਬਨ ਹੈ, 2 × 2 4 4 + 2 6, ਠੀਕ ਹੈ, 6 ਹੋ ਗਏ। ਤਾਂ ਹੁਣ ਦੇਖੋ ਇੱਥੇ ਸਾਡੇ ਕੋਲ 2 ਕਾਰਬਨਾਂ ਦੇ ਨਾਲ ਆਸੇ-ਪਾਸੇ 6 ਇਲੈਕਟ੍ਰੋਨ ਅਟੈਚ ਹੋ ਗਏ। ਨਾਓ ਕਮ ਟੂ ਅਲਕੀਨ। ਅਲਕੀਨ ਦੇ ਵਿੱਚ ਸਾਡੇ ਕੋਲ ਕੀ ਹੈ ਕਿ 2, ਇਹਦਾ ਫਾਰਮੂਲਾ ਹੈਗਾ CnH2n, C2H2 × 2, ਰਾਈਟ, C2H4, ਯਾਨੀ ਕਿ ਆਹ ਫਾਰਮੂਲਾ ਬਣ ਗਿਆ ਸਾਡੇ ਕੋਲ। 2 ਜੇ ਇਲੈਕਟ੍ਰੋਨ ਹੋਣ ਤਾਂ ਅਲਕੀਨ ਦੇ ਵਿੱਚ 4 ਹਾਈਡਰੋਜਨ ਹੋਣੇ ਜ਼ਰੂਰੀ ਹੈ। ਔਰ ਦੇਖੋ ਇਸ ਦੇ ਵਿੱਚ ਅਸੀਂ ਦੇਖਿਆ ਕਿ ਇਹ ਲਗਾ ਦਿੱਤਾ ਕਾਰਬਨ, ਇੱਥੇ ਮੈਂ ਕਰਕੇ ਦਿਖਾਉਂਦੀ ਹਾਂ ਤੁਹਾਨੂੰ। ਕਾਰਬਨ ਪਹਿਲਾਂ ਲਗਾ ਲਿਆ, ਕਿਉਂਕਿ ਫਾਰਮੂਲੇ ਦੇ ਵਿੱਚ ਹੈਗੇ 2 ਕਾਰਬਨ ਅਸੀਂ ਲਗਾ ਲਏ, 4 ਹਾਈਡਰੋਜਨ ਹੈ, ਅਸੀਂ ਇੱਕ ਇੱਧਰ ਇੱਕ ਇੱਧਰ ਇੱਕ ਇੱਧਰ ਇੱਕ ਇੱਧਰ ਹਾਈਡਰੋਜਨ ਲਗਾ ਲਏ। ਹੁਣ ਦੇਖੋ ਇੱਕ ਕਾਰਬਨ ਕਿੰਨੇ ਪਾਸੇ ਅਟੈਚ ਹੈ 1 2 3, ਤਾਂ ਇਟ ਮੀਨਸ ਇੱਧਰ ਵੀ 1 2 3, ਇੱਕ ਤਾਂ ਇਹਨਾਂ ਆਪਸ ਵਿੱਚ ਵੀ ਅਟੈਚ ਹੈ ਨਾ, ਸ਼ੇਅਰ ਕੀਤੇ ਹੈ, ਤਾਂ ਫਿਰ ਆਹ ਵਾਲਾ ਕਾਰਬਨ ਦਾ ਵੀ ਇੱਧਰ ਗਿਣਦੇ ਹਾਂ ਅਸੀਂ ਅਟੈਚਮੈਂਟ, ਔਰ ਇਸ ਕਾਰਬਨ ਦੀ ਵੀ ਇੱਧਰ ਅਟੈਚਮੈਂਟ ਅਸੀਂ ਗਿਣਦੇ ਹਾਂ, ਰਾਈਟ। 1 2 3, ਔਰ ਆਹ ਕਾਰਬਨ ਵੀ 1 2 3 3 ਨਾਲ ਅਟੈਚ ਹੈ, ਤਾਂ ਫਿਰ 4 ਕਿਸ ਤਰ੍ਹਾਂ ਬਣਨਗੇ? ਕਿਉਂਕਿ ਕਾਰਬਨ ਦੀ ਵੈਲੈਂਸ ਇਲੈਕਟ੍ਰੋਨ ਦਾ 4 ਹੈ, ਤਾਂ ਅਸੀਂ ਡਬਲ ਬੌਂਡ ਲਗਾ ਦਿੱਤਾ। ਹੁਣ ਸਾਡੇ ਕੋਲ ਇਹ ਫਾਰਮੂਲਾ ਬਣ ਗਿਆ ਕਿ C ਐਂਡ C ਦੇ ਵਿਚਕਾਰ ਡਬਲ ਬੌਂਡ ਤੇ ਆਸੇ-ਪਾਸੇ 4 ਇਲੈਕਟ੍ਰੋਨ। ਆ ਦੇਖੋ ਜਿਸ ਤਰ੍ਹਾਂ ਇਸ ਵਿੱਚ ਹੈਗੇ ਆ, ਤਾਂ ਸਾਡੇ ਕੋਲ ਇੱਥੇ ਵੀ ਇਹ ਆ ਗਏ, ਰਾਈਟ, C2H4, ਰਾਈਟ। ਉਸੇ ਤਰ੍ਹਾਂ ਹੁਣ ਐਲਕਾਈਨ ਆ ਗਿਆ। ਐਲਕਾਈਨ ਦੇ ਵਿੱਚ ਸਾਡੇ ਕੋਲ ਫਾਰਮੂਲਾ ਹੈ CnH2n-2, ਰਾਈਟ। ਤਾਂ ਹੁਣ ਅਸੀਂ ਇਹਦੇ ਵਿੱਚ ਕਿਵੇਂ ਪੁੱਟ ਕਰਾਂਗੇ? ਆ ਦੇਖੋ CnH2n-2, ਰਾਈਟ। C ਅਗਰ ਅਸੀਂ 2 ਕਾਰਬਨ ਲੈਂਦੇ ਹਾਂ, H ਜਿਹੜਾ ਹੈਗਾ 2 × 2 - 2, ਫਿਰ ਅਸੀਂ ਇਹਨੂੰ ਸੋਲਵ ਕਰ ਲਈਏ, 2 2 4 -2 ਕਿੰਨੇ ਹੋ ਗਏ C2H2, ਯਾਨੀ ਅਗਰ ਕਾਰਬਨ 2 ਹੈ ਤੇ ਹਾਈਡਰੋਜਨ ਵੀ ਸਾਡੇ ਕੋਲ ਕੀ ਹੈ 2 ਆ ਗਏ, ਰਾਈਟ। ਤਾਂ ਹੁਣ ਅਸੀਂ ਇਸ ਨੂੰ ਇੱਥੇ ਲਿਖ ਕੇ ਦਿਖਾ ਦਿੰਦੇ ਹਾਂ। ਦੇਖੋ C2H2 ਪਾਸੇ-ਪਾਸੇ ਤੇ H ਲੱਗ ਗਏ, ਔਰ ਦੇਖੋ ਹੁਣ ਇੱਕ ਕਾਰਬਨ ਤਾਂ 2 ਪਾਸਿਓਂ ਹੀ ਅਟੈਚ ਹੈ, ਪਰ
इधर देखो एक आ कार्बन दो पासे अटैच है पर हाइड्रोजन तो दो लग गए पर हुण साडे कोल ये सिंगल बॉन्ड तो हो नहीं सकती आइन है ना आइन दे विच साडे कोल ट्रिपल बॉन्ड असीं इत्थे विचकार ट्रिपल बॉन्ड ला दिंदे हां ये साडे कोल अल्काइन दा फार्मूला आ गया राइट इत्थे आ साडे कोल अल्काइन दा हो गया और इहदा नाम की हो गया इथाइन 2 1 एंड 2 एथ ट्रिपल बॉन्ड दा जिहड़ा हैगा नाम की है आइन इथाइन राइट तो आ की सीगा 2 कार्बन दा एथ सी डबल बॉन्ड दा साडे कोल ईन सी इथीन राइट ये इथीन बन गया ये इथाइन बन गया और ये सी इथेन 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 सिंगल बॉन्ड असी एन लाता पिछे सुफिक्स सुफिक्स असी कीता होया कि एन ईन आइन असी एथ आ साडे कोल 2 कार्बनां दा एथ आ गया पिछे जिहड़ी सिंगल बॉन्ड ते डबल बॉन्ड ते ट्रिपल बॉन्ड ते असी एन ईन आइन लाती उस तरह साडे कोल अगे प्रॉप है प्रॉप दे विच असी आ देखो सीधा सिंपल सानू पता लग गया भी 3 कार्बन है ते प्रॉप है तो सिंगल बॉन्ड दे एन लग गया तो ये बन गया प्रोपेन प्रोपेन बन गया राइट हुण साडे कोल इत्थे हैगा प्रोप दा देखना है और देखना इंच है असी 1 2 3 3 कार्बन ला ले उस तो बाद असी वो फार्मूला लगाना हैगा ये जिहड़ा CnH2n दा ये फार्मूला लगाना है असी और उस तो बाद असी देखने किन्ने हाइड्रोजन साडे कोल आए इत्थे जे 3 कार्बन हैगे तो साडे कोल 1 2 3 4 5 6 आउंदे हैं तो असी सब तो पहला पिछली साइड तो स्टार्ट करनी है पिछली साइड तो लगाने हाइड्रोजन असी इधर लगाते 3 हाइड्रोजन फिर असी एक इत्थे लगा दिता 3 एक मिनट इहदा भी करके देख लेने C3 है H2N 2 हाँ C3 2 इंटू 3 6 तो हुण देखो असी इत्थे 3 पासे लगाते इधर 2 पासे लगना है राइट सेंटर विच आपां ना इदां करना हैगा कि जिहड़ी डबल बॉन्ड है वो पहला लगानी है सेंटर विच नहीं लगानी सब तो पहला लगा देनी है तो पिछली साइड ते तीन पासे ये क्योंकि सिंगल बंधन है तो 3 साइड्स ते हाइड्रोजन लग गए साडे कोल उस तो बाद एक इत्थे लग गया ते अगले वाले दे भी 2 लगने हैं 2 इत्थे पूरे हो गए 3 ते 2 5 ते एक रह गया इत्थे 6वां लग गया राइट ये साडे कोल प्रोपेन दा हो गया इनू प्रोपीन कहांगे प्रोपीन प्रोपीन इसी तरह साडे कोल आइन विच हैगा अल्काइन दे विच हैगा असी वही फार्मूला लगावांगे पर हुण देखो 3 कार्बन लगाते राइट तो असी पिछली साइड तो शुरू करना हैगा 1 2 3 इत्थे लाते क्योंकि ये विच साडे कोल 4 हाइड्रोजन असी लगाने हैं 3 पासे लग गए तो ऑबवियसली हुण इत्थे 3 ट्रिपल बॉन्ड लाता सी ते आ हाइड्रोजन जिहड़ा हैगा वो साडे अगे लगेगा इस कार्बन दे अगे लगेगा तो ये हो गया प्रोपाइन प्रोप दा तिना दा प्रोप आइन 3 ट्रिपल बॉन्ड दा आइन प्रोपाइन हो गया और इसनों असी इस तरीके नाल भी नेमिंग दे सकते हैं 1 2 3 हुण असी 1 2 3 करके देवांगे तो कित्थे लग्या होएगा ट्रिपल बॉन्ड कित्थे है पहले एक कार्बन ते है असी इहनूं लिखांगे प्रोप 1 पहले ते है ना ट्रिपल बॉन्ड पहले ते है 1 ते आकी है पिछे पिछे ट्रिपल बॉन्ड दा आइन कि ट्रिपल बॉन्ड किन्नवें नंबर ते लग्या साडे कोल पहले नंबर ते लग्या ते की हैगा ट्रिपल बॉन्ड है क्योंकि फिर उसका असी आइन लाना है प्रॉप 1 आइन राइट इस तरीके नाल असी ये कंप्लीट करते हैं इस दे नाल साडे कोल जिहड़ा हैगा IUPAC दा नोमनक्लेचर कंप्लीट हुंदा असी सारे इन्हां दे फैमिलीज़ च कर लिया हैगा अल्केन किवें बना सकते कंपाउंड अल्कीन ते अल्काइन दे असी मैथ एथ प्रॉप लगा के बना सकते हैं कंपाउंड थैंक यू वेरी मच लाइक एंड शेयर कर दो ताकि तुहानूं अगली वीडियो जिहड़ी हैगी है वो भी मिल सके थैंक यू सो मच